साखी का हिंदी वर्जन देखने के लिए डिस्क्रिप्शन देखें। ਪਿਛਲੇ ਭਾਗ ਵਿੱਚ ਆਪਨੇ ਦੇਖਿਆ ਕਿ ਕਿਸ ਤਰ੍ਹਾਂ ਭਾਈ ਰੁਕਨਦੀਨ ਨੇ ਸਿੱਖ ਇਤਿਹਾਸ ਦੀ ਪਹਿਲੀ ਸ਼ਹਾਦਤ ਦਿੱਤੀ ਸੀ। ਦੂਜੇ ਪਾਸੇ ਗੁਰੂ ਜੀ ਕੂਫਾ ਪਹੁੰਚ ਚੁੱਕੇ ਸਨ। ਉੱਥੇ ਉਹਨਾਂ ਨੇ ਲਗਭਗ 3 ਮਹੀਨੇ ਗੁਜ਼ਾਰੇ। ਉਹ ਰੋਜ਼ ਲੋਕਾਂ ਨੂੰ ਗੁਰਬਾਣੀ ਸੁਣਾਉਂਦੇ ਸਨ। ਹੁਣ ਕੂਫਾ ਸ਼ਹਿਰ ਦੇ ਲੋਕ 2 ਭਾਗਾਂ ਵਿੱਚ ਵੰਡ ਚੁੱਕੇ ਸਨ। ਇੱਕ ਜੋ ਗੁਰੂ ਜੀ ਨੂੰ ਮੰਨਣ ਲੱਗੇ ਸਨ ਤੇ ਦੂਜੇ ਉਹ ਜੋ ਇਮਾਮ ਮਾਵੀਆ ਨੂੰ ਮੰਨਦੇ ਸਨ। ਗੁਰੂ ਜੀ ਤੋਂ ਗੁਰਬਾਣੀ ਸੁਣਨ ਲਈ ਇੱਕ ਮਹਿਲਾ ਰੋਜ਼ ਆਂਦੀ ਸੀ। ਉਸਦਾ ਨਾਮ ਸਲੀਮਾ ਸੀ। ਸੰਗਤ ਲਈ ਉਹ ਅਕਸਰ ਭੋਜਨ ਵੀ ਲਿਆਂਦੀ ਸੀ। ਸਲੀਮਾ ਬੇਹੱਦ ਹੀ ਧਾਰਮਿਕ ਔਰਤ ਸੀ। ਸਲੀਮਾ ਦੇ ਪਤੀ ਊਠ ਦੇ ਵਪਾਰੀ ਸਨ ਅਤੇ ਉਸ ਸਮੇਂ ਉਹ ਵਪਾਰ ਲਈ ਪਰਦੇਸ ਗਏ ਹੋਏ ਸਨ। ਕੁਝ ਸਮੇਂ ਪਿੱਛੋਂ ਉਸਦੇ ਪਤੀ ਵਾਪਸ ਸ਼ਹਿਰ ਵਿੱਚ ਆਏ। ਕਿਸੇ ਨੇ ਸਲੀਮਾ ਦੇ ਪਤੀ ਨੂੰ ਕਿਹਾ, ਭਾਈਜਾਨ, ਆਪ ਦੀ ਬੇਗਮ ਰੋਜ਼ ਰਾਤ ਨੂੰ ਕਬਰਿਸਤਾਨ ਦੇ ਕੋਲ ਇੱਕ ਫਕੀਰ ਨੂੰ ਸੁਣਨ ਜਾਂਦੀ ਏ। ਇੱਥੋਂ ਤੱਕ ਕਿ ਉਸਨੇ ਨਮਾਜ਼ ਪੜ੍ਹਨਾ ਵੀ ਛੱਡ ਦਿੱਤਾ ਏ। ਜੋ ਵੀ ਉਹ ਕਰ ਰਹੀ ਏ ਸ਼ਰੀਆ ਦੇ ਖਿਲਾਫ ਏ। ਕਿੱਥੇ ਲੈਣੇ ਦੇ ਦੇਣੇ ਨਾ ਪੈ ਜਾਏ। ਅਕਸਰ ਲੋਕ ਗੁਰੂ ਦੇ ਮਾਰਗ ਅਤੇ ਉਹਨਾਂ ਦੀ ਛਤਰ ਛਾਇਆ ਵਿੱਚ ਜਾਂਦੇ ਹਨ, ਪਰ ਗੁਰੂ ਜੀ ਦਾ ਮਾਰਗ ਆਸਾਨ ਨਹੀਂ ਹੈ। ਗੁਰੂ ਅਕਸਰ ਆਪਣੇ ਸ਼ਿਸ਼ਾਂ ਦੀ ਸਮੇਂ-ਸਮੇਂ ਤੇ ਪ੍ਰੀਖਿਆ ਲੈਂਦੇ ਹਨ। ਇੱਕ ਦਿਨ ਸਲੀਮਾ ਗੁਰੂ ਜੀ ਨੂੰ ਸੁਣਨ ਲਈ ਪਹੁੰਚੀ, ਪਰ ਗੁਰੂ ਜੀ ਦੀ ਕਿਰਪਾ ਨਾਲ ਉਹ ਗੁਰੂ ਜੀ ਦੇ ਧਿਆਨ ਵਿੱਚ ਇੰਨਾ ਖੋ ਗਈ ਕਿ ਦਿਨ ਢਲਣ ਲੱਗਿਆ। ਗੁਰੂ ਜੀ ਨੇ ਤਾਜ਼ੁਦੀਨ ਨੂੰ ਕਿਹਾ, ਇਸ ਬੱਚੇ ਨੂੰ ਕਹੋ ਕਿ ਉਹ ਆਪਣੇ ਘਰ ਚਲੀ ਜਾਵੇ। ਅੱਜ ਤੋਂ ਪਹਿਲਾਂ ਮੈਂ ਕਦੇ ਵੀ ਇਹ ਜਿਹਾ ਨਹੀਂ ਦੇਖਿਆ ਕਿ ਗੁਰੂ ਜੀ ਕਿਸੇ ਦਾ ਗਹਿਰਾ ਸਿਮਰਨ ਤੁੜਵਾ ਰਹੇ ਹੋ। ਸਲੀਮਾ, ਅੱਖਾਂ ਖੋਲੋ, ਆਪਣੇ ਘਰ ਜਾਓ। ਸਲੀਮਾ ਨੇ ਗੁਰੂ ਜੀ ਦੇ ਚਰਨ ਛੂਹੇ। ਚਰਨ ਛੂਹਣ ਨਾਲ ਹੀ ਸਲੀਮਾ ਦੀ ਆਤਮਾ ਸੰਤੁਸ਼ਟੀ ਦੇ ਪ੍ਰਕਾਸ਼ ਨਾਲ ਭਰ ਗਈ। ਉਹ ਕਹਿਣ ਲੱਗੀ, ਮੈਨੂੰ ਲੱਗਦਾ ਹੈ ਕਿ ਮੇਰੇ ਪਤੀ ਵਾਪਿਸ ਆ ਗਏ ਹਨ। ਮੈਂ ਕੱਲ ਹੀ ਉਹਨਾਂ ਨੂੰ ਆਪਣੇ ਨਾਲ ਆਪ ਜੀ ਦੇ ਦਰਸ਼ਨਾਂ ਲਈ ਲੈ ਕੇ ਆਵਾਂਗੀ। ਗੁਰੂ ਜੀ ਸਲੀਮਾ ਨੂੰ ਕਹਿਣ ਲੱਗੇ, ਪੁੱਤਰੀ, ਯਾਦ ਰੱਖਣਾ, ਧੀਰਜ ਬਣਾਏ ਰੱਖਣਾ। ਕੋਈ ਵੀ ਅਵਸਥਾ ਹੋਵੇ, ਤੁਸੀਂ ਨਰਮ ਬਣੇ ਰਹਿਣਾ। ਗੁਰੂ ਜੀ ਦੇ ਬਚਨ ਸੁਣ ਕੇ ਸਲੀਮਾ ਵਾਪਿਸ ਆਪਣੇ ਘਰ ਚਲੀ ਗਈ। ਸਲੀਮਾ ਘਰ ਪਹੁੰਚੀ ਤਾਂ ਉਸਨੇ ਦੇਖਿਆ ਕਿ ਉਸਦੇ ਪਤੀ ਦੇ ਨਾਲ ਉਸਦੇ ਮੁਹੱਲੇ ਦੇ ਕੁਝ ਲੋਕ ਸਨ। ਉਸਦੇ ਪਤੀ ਨੇ ਉਸਨੂੰ ਘੂਰ ਕੇ ਦੇਖਿਆ। ਉਹ ਸਮਝ ਗਈ ਕਿ ਉਸਦੇ ਪਤੀ ਦੇ ਕੰਨ ਮੁਹੱਲੇ ਵਾਲਿਆਂ ਨੇ ਭਰ ਦਿੱਤੇ ਹਨ। ਆਪ ਜੀ ਕਿਵੇਂ ਹੋ? मैं कैसा हूँ? पहले तो ठीक सी, पर तुहाडी हरकत ने मेरा सम्मान पूरी बिरादरी दे सामने मिट्टी विच मिला दिता है। ਸਵਾਮੀ, ਮੈਂ ਅਜਿਹਾ ਕੁਝ ਨਹੀਂ ਕੀਤਾ ਜਿਸ ਨਾਲ ਆਪ ਦੇ ਮਾਨ ਸਨਮਾਨ ਨੂੰ ਠੇਸ ਪਹੁੰਚੇ। ਇਹ ਤਾਂ ਮੇਰੀ ਭਗਤੀ ਦਾ ਫਲ ਹੈ ਕਿ ਆਪ ਸਹੀ ਸਲਾਮਤ ਵਾਪਸ ਆ ਗਏ ਹੋ, ਨਹੀਂ ਤਾਂ ਆਪ ਨੂੰ ਮਿਸਰ ਵਿੱਚ ਮੌਤ ਦੀ ਸਜ਼ਾ ਮਿਲਣੀ ਨਿਸ਼ਚਿਤ ਸੀ। ਸਲੀਮਾ, ਮਿਸਰ ਦੇ ਕਿਸੇ ਬਾਰੇ ਵਿੱਚ ਤੁਹਾਨੂੰ ਕਿਸਨੇ ਦੱਸਿਆ? ਇਸ ਯਾਤਰਾ ਦੇ ਪਿੱਛੋਂ ਤੋਂ ਅਸੀਂ ਪਹਿਲੀ ਵਾਰ ਮਿਲ ਰਹੇ ਹਾਂ। ਤੁਹਾਨੂੰ ਕਿਵੇਂ ਪਤਾ ਲੱਗਿਆ? ਮੈਨੂੰ ਪਤਾ ਹੈ ਤੁਸੀਂ ਮਿਸਰ ਤੋਂ ਆ ਰਹੇ ਹੋ। ਉੱਥੇ ਤੁਸੀਂ 500 ਸੋਨੇ ਦੀਆਂ ਮੋਹਰਾਂ ਨੂੰ ਕੇ ਕੱਢਿਆ ਅਤੇ ਉਸ ਪਿੱਛੋਂ ਉਹਨਾਂ ਨੂੰ ਮਸਜਿਦ ਨੂੰ ਦੇ ਦਿੱਤਾ। ਹਾਂ, ਇਹ ਸਭ ਕੁਝ ਹੋਇਆ ਸੀ ਜੋ ਤੁਸੀਂ ਦੱਸ ਰਹੇ ਹੋ। ਤੁਹਾਨੂੰ ਕਿਵੇਂ ਪਤਾ ਲੱਗਿਆ? ਅੱਲਾਹ ਦੇ ਵਾਸਤੇ ਮੈਨੂੰ ਦੱਸੋ, ਤੁਹਾਨੂੰ ਕਿਵੇਂ ਪਤਾ ਲੱਗਿਆ? ਮੈਂ ਆਪ ਜੀ ਨੂੰ ਸਭ ਕੁਝ ਦੱਸਾਂਗੀ, ਪਹਿਲਾਂ ਤੁਸੀਂ ਭੋਜਨ ਕਰ ਲਵੋ। ਮੈਨੂੰ ਸਮਝ ਨਹੀਂ ਆ ਰਿਹਾ ਕਿ ਤੁਹਾਨੂੰ ਇਹ ਸਭ ਕਿਵੇਂ ਪਤਾ ਲੱਗਿਆ। ਠੀਕ ਹੈ, ਤੁਸੀਂ ਭੋਜਨ ਲਿਆਓ, ਉਸ ਪਿੱਛੋਂ ਮੈਨੂੰ ਦੱਸਣਾ ਕਿ ਤੁਹਾਨੂੰ ਇਹ ਸਭ ਗੱਲਾਂ ਕਿਵੇਂ ਪਤਾ ਲੱਗੀ। ਸਲੀਮਾ ਦੇ ਪਤੀ ਨੇ ਭੋਜਨ ਕੀਤਾ ਅਤੇ ਉਸ ਪਿੱਛੋਂ ਉਸਦੇ ਕੋਲ ਬੈਠ ਗਿਆ। ਹੁਣ ਮੈਨੂੰ ਦੱਸੋ, ਤੁਹਾਨੂੰ ਇਹ ਰਾਜ਼ ਦੀ ਗੱਲ ਕਿਵੇਂ ਪਤਾ ਲੱਗੀ? ਪਹਿਲਾਂ ਤੁਸੀਂ ਦੱਸੋ, ਤੁਹਾਨੂੰ ਮਿਸਰ ਦੇ ਦਰਬਾਰ ਵਿੱਚ ਕਿਉਂ ਪੇਸ਼ ਕੀਤਾ ਗਿਆ? ਸਲੀਮਾ, ਤੁਹਾਨੂੰ ਕਿਵੇਂ ਦੱਸਾਂ? ਬਸ ਇਹ ਮੰਨ ਲਓ, ਜੋ ਹੋਇਆ ਅੱਲਾਹ ਦੀ ਮਰਜ਼ੀ ਸੀ। ਅਗਰ ਇੱਕ ਭਲਾ ਆਦਮੀ ਸਮੇਂ ਤੇ ਨਾ ਆਂਦਾ ਤੇ ਮੇਰੀ ਜ਼ਮਾਨਤ ਨਾ ਕਰਵਾਉਂਦਾ ਤਾਂ ਮੈਂ ਆਪਣੇ ਭਤੀਜੇ ਮਜੀਦ ਦਾ ਕਰਜ਼ਾ ਨਾ ਚੁਕਾ ਸਕਦਾ ਤੇ ਇਸ ਕਾਰਨ ਮੈਂ ਤੁਹਾਨੂੰ ਕਦੀ ਵੀ ਨਾ ਦੇਖ ਸਕਦਾ। ਕਿਸਨੇ ਆਪ ਦੀ ਜ਼ਮਾਨਤ ਦਿੱਤੀ ਤੇ ਕੀ ਗੱਲ ਹੋਈ? ਮੈਨੂੰ ਪੂਰੀ ਗੱਲ ਦੱਸੋ। ਸਲੀਮਾ, ਮੈਂ ਆਪਣੇ ਸਵੇਰ ਦੀ ਨਮਾਜ਼ ਖਤਮ ਕੀਤੀ ਸੀ। ਕੋਲ ਹੀ ਇੱਕ ਬਗੀਚਾ ਸੀ। ਆਪਣੇ ਊਂਟ ਬਗਰਾ ਨੇ ਬਗੀਚੇ ਦੇ ਪੇੜ ਦੀ ਇੱਕ ਡਾਲੀ ਤੋੜ ਖਾ ਲਈ। ਬਗੀਚੇ ਦਾ ਮਾਲਿਕ ਨੂੰ ਇਹ ਦੇਖ ਕੇ ਬੜਾ ਗੁੱਸਾ ਆਇਆ। ਉਸ ਕੰਬਖਤ ਨੇ ਇੱਕ ਵੱਡਾ ਪੱਥਰ ਲੈ ਕੇ ਬਗਰਾ ਦੇ ਸਿਰ ਤੇ ਮਾਰਿਆ ਤੇ ਬਗਰਾ ਦੀ ਮੌਤ ਹੋ ਗਈ।
ਕੀ ਕਿਹਾ? ਬਗਰਾ ਮਰ ਗਿਆ? ਉਹ ਆਪਣਾ ਕਿੰਨਾ ਪਿਆਰਾ ਊਠ ਸੀ ਤੇ ਉਹ ਆਪਣੇ ਪਰਿਵਾਰ ਵਿੱਚ ਕਾਫੀ ਸਾਲਾਂ ਤੋਂ ਸੀ। ਬੜਾ ਹੀ ਬੁਰਾ ਹੋਇਆ। ਹਾਂ, ਬਹੁਤ ਬੁਰਾ ਹੋਇਆ ਤੇ ਇਹ ਸਭ ਦੇਖ ਕੇ ਮੈਂ ਵੀ ਆਪਣਾ ਆਪਾ ਖੋ ਦਿੱਤਾ ਤੇ ਉਸੇ ਪੱਥਰ ਨਾਲ ਮੈਂ ਉਸ ਬਜ਼ੁਰਗ ਦੀ ਹੱਤਿਆ ਕਰ ਦਿੱਤੀ। ਮੈਂ ਉੱਥੋਂ ਭੱਜਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਭੱਜ ਨਾ ਪਾਇਆ। ਮਿਸਰ ਦੇ ਅਮੀਰ ਤੇ ਦਰਬਾਰ ਵਿੱਚ ਮੇਰੇ ਖਿਲਾਫ ਬਜ਼ੁਰਗ ਦੇ ਪਰਿਵਾਰ ਨੇ ਰਾਜਾ ਤੇ ਦਰਬਾਰ ਵਿੱਚ ਮੇਰੀ ਪੇਸ਼ੀ ਲਗਵਾ ਦਿੱਤੀ ਤੇ ਰਾਜਾ ਨੇ ਕ੍ਰੋਧ ਵਿੱਚ ਆ ਕੇ ਮੈਨੂੰ ਪੁੱਛਿਆ, ਜੋ ਬਜ਼ੁਰਗ ਦੇ ਪਰਿਵਾਰ ਨੇ ਤੇਰੇ ਤੇ ਇਲਜ਼ਾਮ ਲਗਾਏ ਹਨ, ਕੀ ਤੂੰ ਉਹ ਸੁਨੇ ਨੇ? ਜੀ ਮਾलिक, पर उस बुजुर्ग ने मेरे प्यारे ऊंट ਨੂੰ ਪੱਥਰ ਮਾਰ ਕੇ ਮਾਰ ਦਿੱਤਾ। मैं इस गल ਨੂੰ बर्दाश्त ना कर सकिया। मैं उसी पत्थर नाल बुजुर्ग ਨੂੰ मार ਦਿੱਤਾ ਤੇ ਉਸ ਦੀ हत्या हो गई। ਉਹ ऊंट मेरे लिए अनमोल सी मालिक। ਕੀ ਤੁਸੀਂ ਸ਼ਰੀਅਤ ਦਾ ਇਨਸਾਫ ਨਹੀਂ ਜਾਣਦੇ? ਅਗਰ ਬਜ਼ੁਰਗ ਨੇ ਤੁਹਾਡੇ ਊਂਟ ਨੂੰ ਮਾਰਾ ਸੀ ਤਾਂ ਤੁਸੀਂ ਮੇਰੇ ਕੋਲ ਆ ਸਕਦੇ ਸੀ। ਮੈਂ ਤੁਹਾਨੂੰ ਇਨਸਾਫ ਦਿਲਾਂਦਾ, ਪਰ ਹੁਣ ਤੁਹਾਡੇ ਉੱਤੇ ਬਜ਼ੁਰਗ ਦੀ ਮੌਤ ਦਾ ਜ਼ਿੰਮਾ ਹੈ। ਤੁਹਾਨੂੰ ਮ੍ਰਿਤੂ ਦੰਡ ਹੀ ਮਿਲੇਗਾ। ਕੀ ਤੁਸੀਂ ਹੁਣ ਵੀ ਕੁਝ ਕਹਿਣਾ ਚਾਹੁੰਦੇ ਹੋ? हुजूर, मैं अपने गुनाह ਨੂੰ कबूल करदा हाँ ते शरिया कानून दे सामने सिर झुकांदा हाँ, पर आप कोल मेरी एक विनती है कि मैनू 3 दिनां दी जमानत दे दिती जावे। 3 ਦਿਨਾਂ ਦੀ ਜ਼ਮਾਨਤ ਕਿਉਂ ਮੰਗ ਰਹੇ ਹੋ? ਹੁਜੂਰ, ਮੇਰੇ ਕੋਲ ਅਨਾਥ ਲੋਕਾਂ ਦੀ ਕੁਝ ਅਮਾਨਤ ਹੈ ਜਿਸ ਦੇ ਬਾਰੇ ਵਿੱਚ ਸਿਰਫ ਮੈਂ ਜਾਣਦਾ ਹਾਂ। ਮੈਂ ਉਸ ਜ਼ਮਾਨਤ ਨੂੰ ਉਹਨਾਂ ਨੂੰ ਸੌਂਪ ਕੇ 3 ਦਿਨਾਂ ਵਿੱਚ ਵਾਪਸ ਆ ਜਾਵਾਂਗਾ। ਬਸ ਮੇਰੀ ਇਹੀ ਆਖਰੀ ਖੁਆਇਸ਼ ਹੈ। ਅਸੀਂ ਤੈਨੂੰ 3 ਦਿਨਾਂ ਦੀ ਜ਼ਮਾਨਤ ਦੇ ਸਕਦੇ ਹਾਂ, ਪਰ ਤੁਹਾਨੂੰ ਇੱਥੇ ਇੱਕ ਜ਼ਮਾਨਤੀ ਛੱਡਣਾ ਪਵੇਗਾ ਤੇ ਜੇਕਰ ਤੁਸੀਂ 3 ਦਿਨਾਂ ਵਿੱਚ ਵਾਪਸ ਨਾ ਆਏ ਤਾਂ ਤੁਹਾਡੀ ਜਗ੍ਹਾ ਉਸ ਜ਼ਮਾਨਤੀ ਨੂੰ ਮੌਤ ਦੀ ਸਜ਼ਾ ਮਿਲੇਗੀ। कोई इत्थे है जो तुहाडी जमानत दे सकता है? सलीमा, उस अनजान शहर विच मैं बिल्कुल ही कल्ला सी, ना कोई दोस्त ना कोई रिश्तेदार। अल्लाह ते विश्वास करके मैं एक आदमी ते एवें ही गल कर दी, जनाब ए है मेरा जमानती, क्या तुसी इस दी जमानत दे लई तैयार हो? सलीमा, उस व्यक्ति ने मेरी जमानत दे दी। मैं उत्थों जल्दी जल्दी निकल के अपने चचेरे भरा मस्जिद ते कोल पहुंचा। उस पिछों मिस्र वल कल्ला चल पाया। पूरे रास्ते मैनू यही विचार आंदे रहे कि मैं समय तो पहुंच जावां। हर वक्त मेरे सामने उस व्यक्ति दा ही चेहरा आ रहा सी जिसने सफेद कपड़े पाए हुए सन ते मेरी जमानत दिती सी। मैं नहीं चाहता सी कि मेरे कारण किसी नू मौत दी सजा होए। बस 3 दिन पूरे होने विच कुछ पल ही बाकी सन कि मैं दरबार विच पहुंच गया। किसी नू भी उत्थे विश्वास नहीं सी कि मैं वापस आवांगा। मेरी वापसी नू देख के नवाब बहुत प्रसन्न हुए ते कहन लगे, ਅਸੀਂ ਤੁਹਾਡੀ ਇਮਾਨਦਾਰੀ ਨੂੰ ਦੇਖ ਕੇ ਬਹੁਤ ਪ੍ਰਸੰਨ ਹੋਏ ਹਨ। ਮੈਨੂੰ ਲੱਗਦਾ ਸੀ ਤੁਸੀਂ ਵਾਪਸ ਨਹੀਂ ਆਓਗੇ ਤੇ ਇਸ ਨਿਰਦੋਸ਼ ਨੂੰ ਮੌਤ ਦੀ ਸਜ਼ਾ ਮਿਲੇਗੀ। ਤੁਹਾਡੀ ਇਮਾਨਦਾਰੀ ਵੇਖ ਕੇ ਮੈਂ ਤੁਹਾਨੂੰ ਬਰੀ ਕਰਦਾ ਹਾਂ। ਤੇ ਇਸ ਤਰੀਕੇ ਨਾਲ ਸਲੀਮਾ, ਮੈਂ ਮੌਤ ਦੇ ਮੂੰਹ ਵਿੱਚੋਂ ਵਾਪਸ ਤੁਹਾਡੇ ਕੋਲ ਆਇਆ ਹਾਂ। ਕੀ ਤੁਹਾਨੂੰ ਉਸ ਵਿਅਕਤੀ ਦਾ ਚਿਹਰਾ ਯਾਦ ਹੈ? ਬੇਸ਼ੱਕ ਸਲੀਮਾ, ਉਸ ਫਰਿਸ਼ਤੇ ਦਾ ਚਿਹਰਾ ਭਲਾ ਮੈਂ ਕਿਵੇਂ ਭੁੱਲ ਸਕਦਾ ਹਾਂ, ਪਰ ਸਲੀਮਾ ਮੈਨੂੰ ਨਹੀਂ ਲੱਗਦਾ ਕਿ ਉਹ ਵਿਅਕਤੀ ਹੁਣ ਦੁਬਾਰਾ ਆਪਾਂ ਨੂੰ ਮਿਲੇਗਾ। ਮੈਂ ਉਸ ਦੇ ਬਾਰੇ ਵਿੱਚ ਉੱਥੋਂ ਦੇ ਲੋਕਾਂ ਨੂੰ ਬੜਾ ਪੁੱਛਿਆ, ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਉਹ ਫਰਿਸ਼ਤਾ ਕਿੱਥੋਂ ਆਇਆ ਸੀ। ਸ਼ਾਇਦ ਉਹ ਫਰਿਸ਼ਤਾ ਸਾਨੂੰ ਕਦੇ ਨਹੀਂ ਮਿਲੇਗਾ। ਮੈਨੂੰ ਤਾਂ ਲੱਗਦਾ ਹੈ ਅੱਲਾਹ ਆਪ ਮੇਰੀ ਰੱਖਿਆ ਕਰਨ ਆਏ ਸਨ ਤੇ ਸ਼ਾਇਦ ਉਹ ਵਿਅਕਤੀ ਦੁਬਾਰਾ ਮੈਨੂੰ ਨਹੀਂ ਮਿਲੇਗਾ। हे ਕਰਤਾਰ, ਤੁਹਾਡਾ ਲੱਖ ਲੱਖ ਸ਼ੁਕਰ ਹੈ। ਆਪ ਇੱਥੇ ਹੀ ਰੁਕੋ, ਮੈਂ ਹੁਣੇ ਆਈ। ਤੁਸੀਂ ਕਿੱਥੇ ਜਾ ਰਹੀ ਹੋ ਸਲੀਮਾ? ਮੈਂ ਗੁਰੂ ਜੀ ਨੂੰ ਮਿਲਣ ਜਾ ਰਹੀ ਹਾਂ, ਤੁਸੀਂ ਵੀ ਮੇਰੇ ਨਾਲ ਚੱਲੋ। ਕੀ ਬਕਵਾਸ ਕਰ ਰਹੀ ਹੈ? ਮੈਂ ਕਿਸੇ ਹਿੰਦੁਸਤਾਨੀ ਫਕੀਰ ਨੂੰ ਮਿਲਣ ਜਾਵਾਂ? ਮੈਂ ਅੱਲਾਹ ਕੇ ਇਲਾਵਾ ਕਿਸੇ ਨੂੰ ਨਹੀਂ ਮੰਨਦਾ। ਉਸਨੇ ਹੀ ਮੇਰੀ ਜਾਨ ਬਚਾਈ ਹੈ। ਕੁਝ ਨਾ ਕਹੋ, ਮੈਨੂੰ ਲੱਗਦਾ ਹੈ ਤੁਹਾਡੀ ਜੇਬ ਵਿੱਚ ਕੁਝ ਹਿਲ ਰਿਹਾ ਹੈ। ਸਲੀਮਾ, ਕਿਆ ਤੁਸੀਂ ਮੇਰੀ ਜੇਬ ਵਿੱਚ ਕੀ ਹੋ ਰਿਹਾ ਹੈ ਵੇਖ ਸਕਦੀ ਹੋ? ਇਹ ਦੇਖੋ, ਕੁਝ ਵੀ ਨਹੀਂ ਹੈ। ਆਹਾ, ਮੈਨੂੰ ਜ਼ਹਿਰੀਲੇ ਬਿੱਛੂ ਨੂੰ ਕੱਟ ਲਿਆ। ਘਬਰਾਓ ਨਾ, ਮੈਂ ਤੁਹਾਡਾ ਜ਼ਹਿਰ ਕੱਢਦੀ ਹਾਂ। ਸਲੀਮਾ, ਤੁਹਾਨੂੰ ਕੁਝ ਹੋ ਗਿਆ ਹੈ। ਇਹ ਜਿਹਾ ਲੱਗਦਾ ਹੈ ਜਿਵੇਂ ਤੁਹਾਡੇ ਅੰਦਰ ਕੋਈ ਦਿਵਯ ਸ਼ਕਤੀ ਆ ਗਈ ਹੈ। ਅਜਿਹਾ ਕੁਝ ਨਹੀਂ ਹੈ। ਮੈਂ ਜੋ ਕੁਝ ਕੀਤਾ ਹੈ ਕਰਤਾਰ ਦਾ ਨਾਮ ਲੈ ਕੇ ਹੀ ਕੀਤਾ ਹੈ। ਮੈਂ ਚਾਹੁੰਦੀ ਹਾਂ ਕਿ ਤੁਸੀਂ ਵੀ ਮੇਰੇ ਨਾਲ ਗੁਰੂ ਜੀ ਦੇ ਦਰਸ਼ਨ ਕਰਨ ਚੱਲੋ। ਠੀਕ ਹੈ ਸਲੀਮਾ, ਜਿਵੇਂ ਤੁਸੀਂ ਕਹਿੰਦੀ ਹੋ ਮੈਂ ਉਹੀ ਕਰਾਂਗਾ।
ਉਹ ਸਲੀਮਾ ਸਲੀਮਾ, ਇਹ ਉਹੀ ਹਨ ਜਿਨ੍ਹਾਂ ਨੇ ਮੇਰੀ ਜ਼ਮਾਨਤ ਦਿੱਤੀ ਸੀ। ਇਹ ਉਹੀ ਹਨ। ਕੌਣ ਹੈ ਜਿਸ ਨੇ ਤੁਹਾਡੀ ਜ਼ਮਾਨਤ ਦਿੱਤੀ ਸੀ? ਜਲਦੀ ਹੀ ਇਹ ਗੱਲ ਪੂਰੇ ਸ਼ਹਿਰ ਵਿੱਚ ਫੈਲ ਗਈ। ਗੁਰੂ ਜੀ ਦੇ ਹੋਰ ਅਨੁਯਾਈ ਬਣ ਗਏ। ਇੱਕ ਦਿਨ ਇੱਕ ਵਿਅਕਤੀ ਨੇ ਆ ਕੇ ਕਿਹਾ, ਗੁਰੂ ਜੀ ਤੁਹਾਡੇ ਖਿਲਾਫ ਫਤਵਾ ਕੱਢ ਦਿੱਤਾ ਗਿਆ ਹੈ। ਸਤਨਾਮ ਸ਼੍ਰੀ ਵਾਹਿਗੁਰੂ।